ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਤੱਕ ਮਨ ਦੀ ਬਾਣੀ ਦੀ ਗਮਤਾ ਹੈ, ਉੱਥੋਂ ਤਾਈਂ ਦੀ ਸਮਝ ਆਦਮੀ ਵਰਣਨ ਕਰਦਾ ਹੈ। ਔਰ ਉਹ ਸਾਰਾ ਮੰਡਲ ਦੇਸ਼ ਕਾਲ ਵਸਤੂ ਅਥਵਾ ਦੇਸ਼ ਕਾਲ ਨਿਮਿਤ ਦਾ ਹੈ। ਮਨ ਦਾ ਆਪਣਾ ਸਵਰੂਪ ਦੇਸ਼ ਕਾਲ ਨਿਮਿਤ ਵਾਲਾ ਹੈ। ਇਸ ਤੋਂ ਪਰੇ ਇਸ ਦੀ ਸਮਝ ਲੜ ਹੀ ਨਹੀਂ ਸਕਦੀ। ਪਰ ਕਦੇ ਕੋਈ ਅਤੀ ਸੁੰਦਰ ਝਲਕੇ ਹੇਠਾਂ ਜਾਂ ਕਿਸੇ ਬੰਦਗੀ ਸਿਫਤ ਸਲਾਹ ਦੇ ਅਸਰ ਨਾਲ ਇੱਕ ਸੁਤੇ ਸਮਾਧੀ ਦੀ ਅਵਸਥਾ ਲੰਘਦੀ ਹੈ, ਜਿਸ ਵੇਲੇ ਕਿ ਮਨ ਹੋਰੀ ਮਾਨੋ ਉੱਕੇ ਖੜੋ ਜਾਂਦੇ ਜਾਂ ਉਰੇ ਰਹਿ ਜਾਂਦੇ ਹਨ। ਆਪਾ ਜੋ ਮਨ ਤੋਂ ਪਰੇ ਮਨ ਦਾ ਪ੍ਰਕਾਸ਼ਕ ਹੈ ਤੇ ਇਸ ਤੋਂ ਮਾਨੋ ਅਲੱਗ ਹੈ, ਅਨੰਤ ਨਾਲ ਜਾ ਛੋਂਦਾ ਹੈ। ਜਦੋਂ ਇਸ ਤੋਂ ਮੁੜ ਆਪਾ ਪਰਤਦਾ ਹੈ, ਅਰਥਾਤ ਮਨ ਤੇ ਬੁੱਧੀ ਆਪਣਾ ਕੰਮ ਫੇਰ ਆਰੰਭਦੇ ਹਨ, ਤਾਂ ਮਨ ਉੱਥੇ ਨਾ ਜਾ ਸਕਣ ਕਰਕੇ ਦੱਸ ਨਹੀਂ ਸਕਦਾ ਕਿ ਉੱਥੇ ਕੀ ਸੀ। ਪਰ ਉਸ ਦੀ ਸੁੰਦਰਤਾ ਤੇ ਅਕਹਿ ਰਸ ਭਰੀ ਦਸ਼ਾ ਦਾ ਅਸਰ ਐਸਾ ਕੁਝ ਸੰਸਕਾਰ ਮਾਤਰ ਉਸ 'ਤੇ ਪਿਆ ਹੁੰਦਾ ਹੈ ਕਿ ਮਨ ਹੋਰੀ ਵਾਹੇ ਵਾਹੇ ਕਹਿ ਉੱਠਦੇ ਹਨ। ਮਾਨੋ ਜਦੋਂ ਉਸ ਦੇਸ਼ ਕਾਲ ਤੋਂ ਪਰੇ ਦਾ ਝਲਕਾ ਵੱਜਦਾ ਹੈ, ਤਾਂ ਆਤਮਾ ਜਾਂ ਆਪਾ ਅਨੰਤ ਦਾ ਰਸ ਅਨੁਭਵ ਕਰਦਾ ਹੈ। ਪਰ ਉਥਾਨ ਹੋ ਕੇ ਮਨ ਉਸ ਦਾ ਪਤਾ ਵਾਹੇ ਵਾਹੇ ਉਚਾਰਨ ਤੋਂ ਸਿਵਾ ਕੁਝ ਨਹੀਂ ਦੱਸ ਸਕਦਾ। ਕਵੀ ਜੀ ਇਸ ਅਵਸਥਾ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਵਾਹੇ ਨਾਮ ਉਸ ਅਚਰਜ ਦਾ ਹੈ ਕਿ ਜਿਸ ਤੋਂ ਪਰੇ ਬਾਣੀ ਜਾ ਨਹੀਂ ਸਕਦੀ। ਮਨ ਬਾਣੀ ਤੋਂ ਪਰੇ ਦੀ ਅਵਸਥਾ ਨੂੰ ਜਦ ਕੋਈ ਦਰਸ਼ਨ ਕਰਨਹਾਰਾ, ਰਸ ਮਾਨਨਹਾਰਾ, ਸੱਚੀ ਮੁੱਚੀ ਪਹੁੰਚਾ ਹੋਇਆ ਸ੍ਰੇਸ਼ਟ ਪੁਰਖ ਕਿਸੇ ਤਰ੍ਹਾਂ ਕੋਈ ਨਾਮ ਦੇਣਾ ਚਾਹੇ ਤਾਂ ਦੇ ਨਹੀਂ ਸਕਦਾ, ਕਿਉਂਕਿ ਮਨ ਬਾਣੀ ਦੀ ਪਹੁੰਚ ਹੀ ਨਹੀਂ ਜਿੱਥੇ ਉੱਥੋਂ ਦਾ ਨਾਮ ਪਤਾ ਕੀ ਦੇਵੇ। ਹਾਂ, ਉਸ ਯਥਾਰਥ ਦਾ ਪਤਾ ਦੇਖਣਹਾਰ ਵਾਹੇ ਤੋਂ ਬਿਨਾਂ ਕਹਿ ਨਹੀਂ ਸਕਦਾ। ਸੋ ਵਾਹੇ ਨਾਮ ਉਸ ਨਿਰਗੁਣ ਯਥਾਰਥ ਦਾ ਹੈ ਜਿੱਥੇ ਮਨ ਬਾਣੀ ਦੀ ਪਹੁੰਚ ਨਹੀਂ, ਤੇ ਇਹ ਵਾਹੇ ਉਸ ਦਾ ਕਲਪਨਾ ਮਾਤਰ ਨਾਮ ਨਹੀਂ, ਪਰ ਆਤਮਾ ਦੇ ਮਿਲਾਪ ਪ੍ਰਾਪਤੀ ਦਾ ਉਹ ਆਵਾਜ਼ਾ ਹੈ ਕਿ ਜਿਸ ਤੋਂ ਅੱਗੇ ਮਨ ਬਾਣੀ ਦੀ ਗਮਤਾ ਹੈ ਨਹੀਂ। ਉਸ ਨੂੰ ਵਾਹੇ ਹੀ ਕਹਿਣਾ ਯੋਗ ਹੈ, ਜੋ ਨਾਮ ਵੀ ਹੈ, ਸਿਫਤ ਸਲਾਹ ਵੀ ਹੈ, ਉਸ ਦਾ ਯਸ਼ ਤੇ ਕੀਰਤਨ ਵੀ ਹੈ। ਅਰਥਾਤ ਜੋ ਕੋਈ ਉਸ ਰੰਗ ਵਿੱਚ ਅੱਪੜਦਾ ਹੈ, ਉਸ ਬਾਬਤ ਆਵਾਜ਼ਾ ਇਹੋ ਦਿੰਦਾ ਹੈ। ਇੱਧਰ ਜੋ ਮਿਲਾਪ ਲਈ ਸਾਧਨ ਆਰੰਭ ਕਰਦਾ ਹੈ ਤੇ ਜਗਿਆਸੂ ਹੈ, ਉਹ ਵੀ ਇਸੇ ਨੂੰ ਜਪਦਾ ਹੈ। ਉਹ ਉਸ ਅਨੰਤ ਦੇ ਅੱਗੇ ਅਰਦਾਸ ਕਰਦਾ ਹੈ ਕਿ ਮੈਂ ਵਾਹੇ ਵਾਹੇ ਕਰਦਿਆਂ ਉਸ ਟਿਕਾਣੇ ਅੱਪੜਨਾ ਹੈ ਜਿੱਥੇ ਮਨ ਨੇ ਲੀਨ ਹੋ ਜਾਣਾ ਹੈ, ਬਾਣੀ ਨੇ ਵਾਹੇ ਕਹਿ ਕੇ ਮੁੱਕ ਜਾਣਾ ਹੈ, ਜਿਸ ਦੇ ਅਨੁਭਵ ਰਸ ਲੀਨਤਾ ਮਗਰੋਂ ਉਥਾਨ ਹੋ ਕੇ ਮੈਂ ਰਸ ਭਰੇ ਸਰੂਰ ਵਿੱਚ ਕੁਝ ਕਹਿ ਨਹੀਂ ਸਕਣਾ, ਪਰ ਜੇ ਕੁਝ ਕਥਨ ਕਰ ਸਕਣਾ ਹੈ ਤਾਂ ਵਾਹੇ। ਅੱਗੇ ਦੱਸਦੇ ਹਨ ਕਿ ਗੋ ਨਾਮ ਹੈ ਹਨੇਰੇ ਦਾ, ਹਨੇਰਾ ਨਾਮ ਹੈ ਰੋਸ਼ਨੀ ਦੇ ਅਭਾਵ ਦਾ। ਰੋਸ਼ਨੀ ਦਾ ਅਭਾਵ ਦੋ ਪ੍ਰਕਾਰ ਦਾ ਹੈ, ਇੱਕ ਜੋ ਅੱਖਾਂ ਪਰ ਆਪ ਨੂੰ ਲਿਖਾਉਂਦਾ ਹੈ, ਦੂਸਰੇ ਜੋ ਚਿੱਤ ਪਰ ਆਪ ਨੂੰ ਲਿਖਾਉਂਦਾ ਹੈ। ਅੱਖਾਂ ਵਾਲੇ ਨੂੰ ਹਨੇਰਾ ਅੰਧਕਾਰ ਆਖਦੇ ਹਨ, ਚਿੱਤ ਵਾਲੇ ਨੂੰ ਅਗਿਆਨ ਆਖਦੇ ਹਨ। ਸੋ ਕਵੀ ਜੀ ਦੱਸਦੇ ਹਨ ਕਿ ਗੋ ਨਾਮ ਹੈ ਅਗਿਆਨ ਰੂਪੀ ਹਨੇਰੇ ਦਾ, ਤੇ ਰੋ ਨਾਮ ਹੈ ਉਸ ਪ੍ਰਕਾਸ਼ ਸਰੂਪ ਦਾ ਜੋ ਇਸ ਅਗਿਆਨ ਨੂੰ ਦੂਰ ਕਰਕੇ ਪ੍ਰਕਾਸ਼ ਕਰਦਾ ਹੈ। ਸੋ ਗੁਰੂ ਪਦ ਉਸ ਦਾ ਵਾਚਕ ਸਰੂਪ ਹੈ ਜੋ ਪ੍ਰਕਾਸ਼ ਸਰੂਪ ਹੈ, ਤੇ ਅਗਿਆਨ ਅੰਧਕਾਰ ਦਾ ਦੂਰ ਕਰਕੇ ਚਿੱਤ ਨੂੰ ਪ੍ਰਕਾਸ਼ਿਤ ਕਰ ਦੇਣ ਵਾਲਾ ਹੈ। ਅਭਿਆਸੀਆਂ ਦੇ ਤਜਰਬੇ ਵਿੱਚ ਆਈ ਇੱਕ ਅਮਲੀ ਗੱਲ ਇਹ ਵੀ ਹੈ ਕਿ ਜਿਸ ਕਿਸੇ ਨੇ ਸਾਈਂ ਦੇ ਰਸ ਵਿੱਚ ਲਿਵ ਪਾਈ ਹੈ, ਉਸ ਨੂੰ ਇਉਂ ਹੀ ਭਾਸਦਾ ਹੈ ਕਿ ਮੈਂ ਅੰਧਕਾਰ ਵਿੱਚ ਸਾਂ, ਮੈਨੂੰ ਇੱਕ ਜਾਗਰਤ ਆਈ ਹੈ, ਇੱਕ ਪ੍ਰਕਾਸ਼ ਆਇਆ ਹੈ। ਧੰਨ ਉਹ ਦਾਤਾ ਹੈ ਜਿਸ ਨੇ ਪ੍ਰਕਾਸ਼ ਦਿੱਤਾ ਹੈ। ਸੋ ਗੁਰੂ ਦਾ ਅਰਥ ਹੈ ਅੰਧਕਾਰ ਤੋਂ ਪ੍ਰਕਾਸ਼ ਦੇਣ ਵਾਲਾ, ਪ੍ਰਕਾਸ਼ ਸਵਰੂਪ। ਪਹਿਲਾਂ ਵਾਹੇ ਪਦ ਜਣਾਉਂਦਾ ਹੈ ਪਰਮੇਸ਼ਰ ਦੇ ਸਵਰੂਪ ਨੂੰ ਜੋ ਅਗੰਮ ਹੈ, ਪਰ ਜਿਸ ਦੇ ਮਿਲਾਪ ਦਾ ਆਤਮਾ ਵਿੱਚ ਭਰਿਆ ਰਸ ਮਨ ਵਿੱਚ ਪ੍ਰਤੀਬਿੰਬਤ ਹੋ ਕੇ ਉਸ ਤੋਂ ਵਾਹੇ ਵਾਹੇ ਦੀ ਸਿਫਤ ਸਲਾਹ ਕਰਾਉਂਦਾ ਹੈ, ਤੇ ਮਨ ਬੁੱਧੀ ਦੇ ਗਿਆਨ ਮੰਡਲ ਕਹੋ ਜਾਂ ਚਿੱਤ ਮੰਡਲ ਕਹੋ, ਉਸ ਵਿੱਚ ਉਸ ਦਾਤੇ ਦੇ ਸਰੂਪ ਦਾ
ਅਮਲੀ ਤੇ ਤਜਰਬੇ ਵਿੱਚ ਆਇਆ ਸਰੂਪ ਇਹੋ ਨਾਮ ਬਣਦਾ ਹੈ ਕਿ ਉਹ ਗੁਰੂ ਹੈ, ਅਰਥਾਤ ਪ੍ਰਕਾਸ਼ ਦਾਤਾ ਪ੍ਰਕਾਸ਼ ਸਰੂਪ ਹੈ, ਤੇ ਉਸ ਨੂੰ ਵਾਹਿ ਕਹਿ ਕੇ ਹੀ ਆਰਾਧ ਤੇ ਸਲਾਹ ਸਕਦੇ ਹਾਂ। ਤਾਂ ਤੇ ਵਾਹਿਗੁਰੂ ਸ਼ਲਾਘਾਯੋਗ ਪ੍ਰਕਾਸ਼ ਦਾਤਾ ਹੈ। ਸਵਰੂਪ ਪ੍ਰਾਪਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਮਲੀ ਤੇ ਤਜਰਬੇ ਵਿੱਚ ਆ ਜਾਣ ਵਾਲਾ ਸਰੂਪ ਲਖਾਇਕ ਇਹ ਨਾਮ ਰਚਿਆ ਹੈ। ਜੋ ਜਗਿਆਸੂ ਇਸ ਦਾ ਸਿਮਰਨ ਕਰਨਗੇ ਉਹ ਉਸ ਅਵਸਥਾ ਨੂੰ ਪ੍ਰਾਪਤ ਹੋਣਗੇ ਕਿ ਜਿਸ ਦਾ ਇਹ ਲਖਾਇਕ ਹੈ। ਜੋ ਇੱਕ ਅਵਸਥਾ ਹੈ, ਨਹੀਂ, ਉਹ ਅਵਸਥਾ ਤੋਂ ਵੀ ਪਰੇ ਹੈ, ਜਿਸ ਦਾ ਇਹ ਅਨੁਭਵ ਦੁਆਰੇ ਪ੍ਰਾਪਤ ਹੋਇਆ ਨਾਮ ਸਤਿਗੁਰ ਨੇ ਸਿਫਤ ਸਲਾਹ ਦੇ ਅਰਥਾਂ ਵਾਲਾ ਰਚਿਆ ਹੈ। ਜਿਸ ਪਰਮਾਤਮਾ ਦੇ ਮੇਲ ਤੋਂ ਉਥਾਨ ਹੋ ਕੇ ਮਨ ਉਸ ਲਈ ਵਾਹ ਵਾਹ ਦਾ ਆਵਾਜ਼ਾਂ ਦਿੰਦਾ ਹੈ, ਉਸ ਪਰਮਾਤਮਾ ਦੇ ਮਿਲਣ ਦੀ ਪ੍ਰਾਪਤੀ ਦਾ ਰਸਤਾ ਵੀ ਵਾਹੇ ਵਾਹੇ ਹੀ ਠੀਕ ਹੈ। ਇਸੇ ਨੂੰ ਸਤਿਗੁਰੂ ਨੇ ਸਿਫਤ ਸਲਾਹ ਕਿਹਾ ਹੈ ਕਿ ਉਸ ਨੂੰ ਮਿਲਣੇ ਲਈ ਉਸੇ ਦੀ ਸਿਫਤ ਸਲਾਹ ਹੀ ਕਰਨੀ ਚਾਹੀਏ। ਗੁਰੂ ਜੀ ਨੇ ਦੱਸਿਆ ਹੈ ਕਿ ਸਿਫਤ ਸਲਾਹ ਇੱਕ ਪਦਵੀ ਹੈ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਇਸੇ ਵਾਹ ਪਦ ਨੂੰ ਆਖਿਆ ਹੈ ਕਿ ਇਹੋ ਸਿਫਤ ਸਲਾਹ ਹੈ। ਯਥਾ ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਇ। ਫਿਰ ਦੱਸਿਆ ਹੈ ਕਿ ਇਸ ਵਾਹ ਕਰਨ ਨਾਲ ਸਾਈਂ ਮਿਲਦਾ ਹੈ। ਯਥਾ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਪਰਮੇਸ਼ਰ ਦੇ ਮਿਲਣ ਤੋਂ ਪਹਿਲਾਂ ਨਾਮ ਦਾ ਮਨ ਵਿੱਚ ਵਸਣਾ ਵੀ ਸਿਫਤ ਸਲਾਹ ਨਾਲ ਹੀ ਹੁੰਦਾ ਹੈ। ਯਥਾ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸੋ ਇਸ ਵਾਹਿਗੁਰੂ ਪਦ ਵਿੱਚ ਨਾਲੇ ਨਿਰਗੁਣ ਦਾ ਸਰੂਪ ਦੱਸਿਆ ਹੈ, ਨਾਲੇ ਉਸ ਦੀ ਸਿਫਤ ਸਲਾਹ ਦਾ ਪ੍ਰਭਾਵ ਹੈ। ਸਿਫਤ ਸਲਾਹ ਵੀ ਮਨ ਬਾਣੀ ਤੋਂ ਪਰੇ ਵਾਲੀ ਹੈ, ਇਸ ਲਈ ਉਹ ਸਾਰੇ ਨਿਰਗੁਣ ਨਾਮਾਂ ਤੋਂ ਸ਼੍ਰੋਮਣੀ ਹੈ। ਸੋ ਕਵੀ ਜੀ ਨੇ ਵਾਹੇ ਨਾਮ ਦੱਸਿਆ ਅੱਖਰ ਦਾ, ਸਦਾ ਇੱਕ ਰਸ ਮੂਲ ਤੇ ਅਸਲੇ ਦਾ, ਜਿਸ ਦੀ ਸੱਤਿਆ ਨਾਲ ਇਹ ਸਾਰਾ ਦਿਸਦਾ ਜਗਤ ਪ੍ਰਗਟਿਆ ਹੈ, ਜੋ ਆਪ ਦਿਸਦਾ ਨਹੀਂ ਪਰ ਦੇਖਦਾ ਹੈ, ਜਿਸ ਨੂੰ ਜਗਿਆਸੂ ਦਾ ਆਪਾ ਪ੍ਰਾਪਤ ਹੋ ਕੇ ਮੁੜ ਕੇ ਆਇਆ ਰਸ ਪ੍ਰਤੀਤੀ ਦਾ ਸੰਸਕਾਰ ਮਨ ਨੂੰ ਦਿੰਦਾ ਹੈ ਤੇ ਮਨ ਬਾਣੀ ਤੋਂ ਕਿਸੇ ਮੱਧ ਭਰੇ ਸਰੂਰ ਵਿੱਚ ਅਖਵਾਉਂਦਾ ਹੈ। ਵਾਹੇ 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 ਵਾਹੇ। ਵਾਹੇ ਉਸੇ ਨੂੰ ਕਿਹਾ ਜਾਂਦਾ ਹੈ ਜੋ ਅਤੀ ਸੁੰਦਰ ਪਿਆਰ ਸਰੂਪ ਹੈ, ਆਨੰਦ ਸਰੂਪ ਹੈ, ਤੇ ਗੁਰੂ ਨਾਮ ਹੈ ਉਸੇ ਅਸਲੇ ਦੇ ਪ੍ਰਕਾਸ਼ ਸਰੂਪ ਹੋਣ ਦਾ। ਉਸ ਦਾ ਅਸਲਾ ਪ੍ਰਕਾਸ਼ ਹੈ ਤੇ ਪ੍ਰਕਾਸ਼ ਨਿਤ ਵਸਤੂ ਹੈ, ਸਦਾ ਹੈ, ਉਸ ਦਾ ਰੂਪ ਹੈ ਤੇ ਸਦਾ ਚੇਤਨ ਉਸ ਦਾ ਸਰੂਪ ਹੈ। ਉਹ ਨਿਤ ਪ੍ਰਕਾਸ਼ ਸਦਾ ਪ੍ਰਕਾਸ਼ ਆਪ ਹੈ ਤੇ ਜਿੱਥੇ ਕਿਤੇ ਬ੍ਰਹਿਮੰਡ ਵਿੱਚ ਸਰੀਰਾਂ ਵਿੱਚ ਕਿ ਸਰੀਰਾਂ ਵਿੱਚ ਵਸਦੇ ਮਨਾਂ ਵਿੱਚ ਅੰਧਕਾਰ ਹੈ, ਅਰਥਾਤ ਜੜਤਾ ਹੈ ਜਾਂ ਅਗਿਆਨ ਹੈ, ਭਾਵੇਂ ਹਨੇਰਾ ਕਿਸੇ ਹੀ ਰੂਪ ਦਾ ਹੈ, ਉਹ ਪ੍ਰਕਾਸ਼ ਸਰੂਪ ਅੰਧਕਾਰ ਤੇ ਅਗਿਆਨ ਸਭ ਨੂੰ ਦੂਰ ਕਰਕੇ ਪ੍ਰਕਾਸ਼ ਤੇ ਗਿਆਨ ਦਾ ਦਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।